लास्ट कल वाला जो टॉपिक आ रहा सी पुत्र ਉਹਦੇ ਲਾਸਟ ਰਿਜ਼ਲਟ ਤੋਂ ਗੱਲ ਸ਼ੁਰੂ ਕਰਾਂਗਾ। ਟੌਪਿਕ ਸੀਗਾ એનર્ਜੀ ਸਟੋਰਡ ਇਨ ਕੈਪੈਸਿਟਰ ਤੇ એનર્ਜੀ ਸਟੋਰਡ ਇਨ ਕੈਪੈਸਿਟਰ ਦੀ ਜਿਹੜੀ ਫਾਈਨਲ ਵੈਲਿਊ ਆਈ ਸੀਗੀ ਉਹਦਾ ਫਾਰਮੂਲਾ ਸਾਡੇ ਕੋਲ ਆਇਆ ਸੀਗਾ। એનર્ਜੀ ਸਟੋਰ ਦੇ ਤਿੰਨ ਫਾਰਮੂਲੇ ਲਿਖੇ ਸੀ ਆਪਾਂ। ਇੱਕ ਆਇਆ ਸੀ ਹਾਫ ਸੀਵੀ ਸਕੁਅਰ, ਇੱਕ ਸੀਗਾ ਸਾਡੇ ਕੋਲ ਜਿਹੜਾ ਇੱਥੇ ਹਾਫ ਕਿਊਬੀ और एक सेगा फार्मूला ਸਾਡੇ ਕੋਲ q ਸਕੁਅਰ ਬਾਈ 2c। ਹੁਣ ਪੁੱਤ ਕੈਪੈਸਿਟਰ ਦੇ ਵਿੱਚ ਜਦੋਂ એનર્ਜੀ ਸਟੋਰ ਹੁੰਦੀ ਪਈ ਆ ਉਹਦੇ ਗਿਵਨ ਵੋਲਿਊਮ ਦੇ ਅਕ੍ਰੋਸ ਅਸੀਂ ਉੱਤੇ ਇੱਕ ਟਰਮ ਹੋਰ ਕੈਲਕੂਲੇਟ ਕਰਦੇ ਆ। ਉਸ ਟਰਮ ਨੂੰ ਨਾਮ ਦਿੰਦੇ એનર્ਜੀ ਡੈਂਸਿਟੀ। એનર્ਜੀ ਕੱਢੀ ਆ ਤੇ ਨਾਲ ਹੀ ਉਹਦੇ ਕੁਆਂਟੀਟੀ ਦੇ ਵਿੱਚ ਅਗਲੀ ਟਰਮ ਬਣ ਜਾਂਦੀ एनर्जी डेंसिटी। ਤੇ એનર્ਜੀ ਡੈਂਸਿਟੀ ਅਸੀਂ ਡਿਫਾਈਨ ਕਿਹਨੂੰ ਕਰਦੇ ਹਾਂ ਕਿ ਕੈਪੈਸਿਟਰ ਚ ਟੋਟਲ ਕਿੰਨੀ એનર્ਜੀ ਆ ਤੇ ਕੈਪੈਸਿਟਰ ਦੇ ਕਿੰਨੇ ਵੋਲਿਊਮ ਚ ਉਹ ਅਮਾਉਂਟ ਆਫ એનર્ਜੀ ਸਟੋਰ ਆ। ਇਹਦਾ ਮਤਲਬ એનર્ਜੀ ਡੈਂਸਿਟੀ ਉਹਨੂੰ ਸਿੰਬਲ ਸਮਾਲ ਯੂ ਨਾਲ ਦਿੰਦੇ ਮੈਂ ਐਂਡ ਇਟ ਇਜ਼ ਦ ਰੇਸ਼ੀਓ ਆਫ ਅਮਾਉਂਟ ਆਫ એનર્ਜੀ ਸਟੋਰਡ ਜਿੰਨੀ એનર્ਜੀ ਕੈਪੈਸਿਟਰ ਚ ਸਟੋਰ ਆ ਪਰ ਯੂਨਿਟ ਵੋਲਿਊਮ ਆਫ ਕੈਪੈਸਿਟਰ per unit volume of capacitor। ਤੇ ਬੱਚੇ ਕੈਪੈਸਿਟਰ ਦਾ ਵੋਲਿਊਮ ਡਿਫਾਈਨ ਕਰਨ ਵਾਸਤੇ ਆਪਾਂ ਕਿੰਨੀ ਚੀਜ਼ ਲਿਖੀ ਸੀਗੀ ਕਿ ਕੈਪੈਸਿਟਰ ਜਿਹੜਾ ਆਪਣੇ ਕੋਲ ਗਿਵਨ ਆ ਉਹ ਤੁਸੀਂ ਅਸੀਂ ਆਪਣੇ ਕੋਲ ਦੋ ਪਲੇਟਸ ਗਿਵਨ ਆ, ਠੀਕ ਹੈ, ਔਰ ਪਲੇਟ ਦੀ ਸੈਪਰੇਸ਼ਨ ਆਪਣੇ ਕੋਲ d ਸੀਗੀ। ਪਲੇਟ ਦੀ ਸੈਪਰੇਸ਼ਨ d ਗਿਵਨ ਆ, ਪਲੇਟ ਦਾ ਹਰ ਪਲੇਟ ਦਾ ਏਰੀਆ a ਗਿਵਨ ਆ। ਜੇ ਮੈਂ ਪਲੇਟ ਦੇ ਏਰੀਆ ਨੂੰ ਸੈਪਰੇਸ਼ਨ ਦੇ ਨਾਲ ਮਲਟੀਪਲਾਈ ਕਰ ਲਵਾਂ ਤੇ ਏਰੀਆ ਇਨਟੂ ਸੈਪਰੇਸ਼ਨ ਜਿਹੜਾ ਵਾ ਉਹ ਵੋਲਿਊਮ ਆਫ ਕੈਪੈਸਿਟਰ ਡਿਫਾਈਨਡ ਹੋ ਜੂ। ਯੈਸ ਸਰ। ਸੋ ਇਹਦੇ ਜੇ ਆਪਾਂ ਲਿਖ ਕੇ ਚੱਲੀਏ ਤੇ ਆਪਣੇ ਕੋਲ ਆ ਗਿਆ ਅਮਾਉਂਟ ਆਫ એનર્ਜੀ ਸਟੋਰ। ਉਹਦਾ ਇੱਕ ਫਾਰਮੂਲਾ ਇਹਨਾਂ ਚੋਂ ਲੈ ਲੈਂਦੇ। ਅਮਾਉਂਟ ਆਫ એનર્ਜੀ ਸਟੋਰ ਆ ਗਿਆ ਹਾਫ ਸੀਵੀ ਸਕੁਅਰ ਓਵਰ ਵੋਲਿਊਮ ਆਫ ਕੈਪੈਸਿਟਰ A ਇਨਟੂ D ਆ ਗਿਆ। ਇਹਨੂੰ ਫਰਦਰ ਸਿੰਪਲੀਫਾਈ ਕਰਨ ਲਈ 에ਅਰ ਕੈਪੈਸਿਟਰ ਦੀ ਕੈਪੈਸਿਟੈਂਸ ਦਾ ਫਾਰਮੂਲਾ ਆਪਾਂ ਡਰਾਈਵ ਕੀਤਾ ਹੋਇਆ। we know that capacitance with air as a medium, ठीक है, ਉਹਦਾ ਫਾਰਮੂਲਾ ਸਾਡੇ ਕੋਲ epsilon naught A over D। C ਦੀ ਜਗ੍ਹਾ ਤੇ ਇਹਨੂੰ ਸਬਸਟੀਟਿਊਟ ਕਰ ਲਾਂਗਾ। ਦੂਜੀ ਗੱਲ V ਜਿਹੜਾ ਪੋਟੈਂਸ਼ੀਅਲ ਡਿਫਰੈਂਸ ਆ ਇਹਨੂੰ ਇਲੈਕਟ੍ਰਿਕ ਫੀਲਡ ਦੀ ਫਾਰਮ ਚ ਲਿਖ ਦਿਓ। ਇਹਦੇ ਨਾਲ ਹੀ ਇਲੈਕਟ੍ਰਿਕ ਫੀਲਡ ਦਾ ਜਨਰਲ ਫਾਰਮੂਲਾ ਹੁੰਦਾ ਦੋ ਪਲੇਟ ਦੇ ਵਿੱਚ ਪੋਟੈਂਸ਼ੀਅਲ ਡਿਫਰੈਂਸ ਕਿੰਨਾ ਜਿਹਨੂੰ dV/dr ਕਹਿੰਦੇ ਹੋ, ਦੋ ਪਲੇਟ ਦੇ ਵਿੱਚ ਪੋਟੈਂਸ਼ੀਅਲ ਡਿਫਰੈਂਸ ਕਿੰਨਾ ਤੇ ਦੋ ਪਲੇਟ ਦੀ ਸੈਪਰੇਸ਼ਨ ਕਿੰਨੀ, ਉਹਦੇ ਅਕੋਰਡਿੰਗਲੀ E ਦਾ ਫਾਰਮੂਲਾ ਇਲੈਕਟ੍ਰਿਕ ਫੀਲਡ ਦਾ ਹੁੰਦਾ V/d ਤੇ ਇਹ ਤੋਂ V ਕੱਢ ਲਓ ਤੇ V ਦੀ ਵੈਲਿਊ ਆਪਣੇ ਕੋਲ E * D। ਇਧਰੋਂ ਪੋਟੈਂਸ਼ੀਅਲ ਡਿਫਰੈਂਸ ਦੀ ਵੈਲਿਊ E * D ਦੀ ਫਾਰਮ ਚ ਯਾਨੀ ਸੈਪਰੇਸ਼ਨ ਦੀ ਫਾਰਮ ਦੇ ਅੰਦਰ ਤੇ ਦੂਜਾ ਕੈਪੈਸਿਟੈਂਸ ਜਿਹੜਾ ਵਾ ਉਹ ਵੀ ਸੈਪਰੇਸ਼ਨ ਦੀ ਫਾਰਮ ਚ। ਇਹ ਦੋਨੋਂ ਚੀਜ਼ਾਂ ਇਸ ਫਾਰਮੂਲੇ ਦੇ ਅੰਦਰ ਸਬਸਟੀਟਿਊਟ ਕਰ ਦਿਓ। Therefore energy density ਦਾ ਫਾਰਮੂਲਾ half epsilon naught A by D into B ਦੀ ਜਗ੍ਹਾ ਤੇ ਉਹਦੀ ਵੈਲਿਊ ਭਰ ਦਿਓ E square into D square over ਆ ਜਾਏਗਾ area into separation A into D। आवाज क्लियर आ रही है बच्चे? यस सर। यस सर। अंश में ਉਹਦਾ ਨੈਟਵਰਕ ਚੇਂਜ ਕਰਤਾ ਪੁੱਤ। ਜੇ ਫੇਰ ਵੀ ਪ੍ਰੋਬਲਮ ਹੈ ਫਿਰ ਚੈੱਕ ਕਰ ਬੇਟਾ ਕਿ ਤੇਰੇ ਵਾਲੇ ਪਾਸੇ ਹੋ ਸਕਦੀ ਪ੍ਰੋਬਲਮ। ਹਾਂਜੀ ਸੋ ਇਸ ਮੂਮੈਂਟ ਦੇ ਵਿੱਚ ਇਹਨੂੰ ਕੰਟੀਨਿਊ ਕਰੀਏ। ਇਧਰੋਂ ਏਰੀਆ ਨਾਲ A ਇਧਰੋਂ D ਨਾਲ D ਤੇ ਆ D ਨਾਲ D ਕੈਨਸਲ ਆਊਟ ਕਰਕੇ ਆਪਣੇ ਕੋਲ એનર્ਜੀ ਡੈਂਸਿਟੀ ਦਾ ਫਾਰਮੂਲਾ ਜਿਹੜਾ ਵਾ वो आ जाएगा हाफ एप्सिलॉन नॉट इनटू E स्क्वायर। यानी एनर्जी डेंसिटी ਜਿਹੜੀ ਆ ਉਹ ਮੇਨ ਡਿਪੈਂਡ ਕਰੇਗੀ ਇਲੈਕਟ੍ਰਿਕ ਫੀਲਡ ਦੀ ਸਟਰੈਂਥ ਪਲੇਟਸ ਦੇ ਅਕ੍ਰੋਸ ਕਿੰਨੀ। ਜਿੰਨਾ ਪੁੱਤ ਐਸ ਸੱਚ ਪਲੇਟਸ ਦੇ ਅਕ੍ਰੋਸ ਇਲੈਕਟ੍ਰਿਕ ਫੀਲਡ ਸਟਰੋਂਗਰ ਹੋਏਗਾ ਇਹਦਾ ਮਤਲਬ ਹੈ ਉਨੀ ਹੀ ਜ਼ਿਆਦਾ ਇਸ ਪਲੇਟਸ ਦੇ ਅਕ੍ਰੋਸ ਜਿਹੜੇ ਚਾਰਜ ਦੀ ਅਮਾਉਂਟ ਆ ਗਿਵਨ ਵੋਲਿਊਮ ਦੇ ਅੰਦਰ ਜ਼ਿਆਦਾ ਸਟੋਰ ਹੋਏਗੀ। ਇਹ ਮਤਲਬ ਉਨੀ ਉਹਦੀ એનર્ਜੀ ਡੈਂਸਿਟੀ ਜ਼ਿਆਦਾ ਜਿੰਨਾ ਸਟਰੋਂਗ ਇਲੈਕਟ੍ਰਿਕ ਫੀਲਡ। ਇਸ ਲਈ ਇਹਦੇ ਅਕੋਰਡਿੰਗਲੀ ਆਪਣੇ ਕੋਲ ਰਿਜ਼ਲਟ ਇਹ ਰਹੇਗਾ कि energy density main vary directly with the square of electric field। क्या इतना क्लियर है जी?
Yes, sir. Yes, sir. Yes, sir. Yes, sir. ਜੇ ਕੋਈ ਡਾਊਟ ਹੈ ਕਿਸੇ ਸਟੈਪ ਦਾ ਤੇ ਬੋਲੋ, ਜੇ ਇਨਾ ਕਲੀਅਰ ਹੈ ਤਾਂ ਫਿਰ ਮੈਨੂੰ ਕੰਟੀਨਿਊ ਕਰਾਂ। ਕਰੀਏ ਕੰਟੀਨਿਊ। Yes, sir. Yes, sir. ਇਸ ਤੋਂ ਬਾਅਦ ਇਹਦੇ ਵਿੱਚ ਨੈਕਸਟ ਟੌਪਿਕ ਜਿਹੜਾ ਉਹਨੇ ਬਣਾਇਆ, ਠੀਕ ਹੈ ਜੀ, ਟੌਪਿਕ ਇਹ ਹੈਗਾ ਕਿ ਜੇ ਮੇਰੇ ਕੋਲ ਮਲਟੀਪਲ ਕੈਪੈਸੀਟਰਸ ਨੇ, ਯਾਨੀ ਆਪਣੇ ਕੋਲ ਮੋਰ ਦੈਨ 1 ਕੈਪੈਸੀਟਰ ਹੈਗਾ ਔਰ ਉਹ ਸੀਰੀਜ਼ ਦੇ ਵਿੱਚ ਜਾਂ ਪੈਰਲਲ ਦੇ ਵਿੱਚ ਜੁੜੇ ਆ, ਔਰ ਜਦੋਂ ਉਹਨਾਂ ਸੀਰੀਜ਼ ਜਾਂ ਪੈਰਲਲ ਚ ਮੈਂ ਕੈਪੈਸੀਟਰ ਅਟੈਚ ਕਰਦਾ, ਉਹਦੀ ਓਵਰਆਲ એનર્ਜੀ ਦੀ ਅਮਾਉਂਟ ਕਹਿੰਦਾ ਜੀ ਕਿੰਨੀ ਆਣੀ। ਮਤਲਬ ਕਿ ਵੀ ਜੇ ਜਿੱਦਾਂ ਕੈਪੈਸੀਟਰ ਸੀਰੀਜ਼ ਚ ਜੋੜਦੇ ਆ ਤਾਂ ਅਸੀਂ ਕਿਹਾ ਉਹਨਾਂ ਦੀ ਕੈਪੈਸਿਟੈਂਸ ਰੈਸਿਪਰੋਕਲ ਐਡ ਹੁੰਦੀ ਹੈ, ਪੈਰਲਲ ਚ ਜੋੜੀਏ ਤੇ ਉਹਨਾਂ ਦੀ ਕੈਪੈਸਿਟੈਂਸ ਡਾਇਰੈਕਟ ਐਡ ਹੁੰਦੀ ਹੈ। ਉਹ ਕਹਿੰਦਾ ਕਿ ਇਸੇ ਵੇ ਨਾ ਅਮਾਉਂਟ ਆਫ એનર્ਜੀ ਵੀ ਰੈਸਿਪਰੋਕਲ ਤੇ ਪੈਰਲਲ ਦੇ ਵਿੱਚ ਕਹਿੰਦਾ ਜੀ ਡਾਇਰੈਕਟ ਐਡ ਹੋਏਗੀ। ਸੋ what about the total amount of energy if capacitors are connected in series or in parallel? यानी एक ਜਿਹੜਾ ਟੌਪਿਕ ਬਣਦਾ ਪਿਆ ਉਹ ਆ ਜਾਏਗਾ energy stored in combination। कोई लेंथी टॉपिक नहीं, सिर्फ 2 लाइनों का टॉपिक बनता कि भी व्हाट अबाउट द अमाउंट ऑफ एनर्जी स्टोर्ड इफ नंबर ऑफ कैपेसिटर्स आर कनेक्टेड आइदर इन सीरीज और इन पैरेलल। देखो तो एक चीज सिर्फ ध्यान च रखनी है, ठीक है, जे इना फार्मूले विच मैं फार्मूले दी सिलेक्शन करनी होवे कि केड़ा फार्मूला मैं कदों लगाना, ते बच्चे ये ध्यान च रख के चलियो। आपन नूं ये पता जे इस फार्मूले दे अकॉर्डिंगली सोचां ते एनर्जी डायरेक्टली टू कैपेसिटेंस है, जे ਇਹਦੇ ਅਕੋਰਡਿੰਗਲੀ ਸੋਚਾਂ ਤੇ એનર્ਜੀ ਰੈਸਿਪਰੋਕਲ ਟੂ ਕੈਪੈਸਿਟੈਂਸ। ਅਸੀਂ ਕਦੋਂ ਕਿਹੜਾ ਫਾਰਮੂਲਾ ਲੈਣਾ, ਠੀਕ ਹੈ, ਉਹ ਇਸ ਚੀਜ਼ ਤੇ ਡਿਪੈਂਡੈਂਟ ਹੋਏਗਾ ਕਿ ਵੀ ਮੇਰੇ ਕੋਲ ਉਸ ਸੀਰੀਜ਼ ਜਾਂ ਪੈਰਲਲ ਦੇ ਵਿੱਚ ਕਨਸਟੈਂਟ ਕੀ ਆ ਤੇ ਵੇਰੀਏਬਲ ਕੀ ਆ। ਆਪਾਂ ਇਹ ਪ੍ਰੋਪਰਟੀ ਪੜ੍ਹੀ ਕਿ ਜਦੋਂ ਕੈਪੈਸਿਟਰ ਸੀਰੀਜ਼ ਦੇ ਵਿੱਚ ਅਟੈਚ ਹੁੰਦੇ ਤੇ ਸੀਰੀਜ਼ ਦੇ ਵਿੱਚ ਜਿੰਨੇ ਕੈਪੈਸਿਟਰ ਲੱਗੇ ਸਾਰਿਆਂ 'ਚ ਚਾਰਜ ਸੇਮ ਰਹਿੰਦਾ, ਸਾਰਿਆਂ ਵਿੱਚ ਚਾਰਜ ਸੇਮ ਰਹਿੰਦਾ ਤੇ ਕੈਪੈਸਿਟੈਂਸ ਉਹਨਾਂ ਦੀ ਰੈਸਿਪਰੋਕਲ ਐਡ ਹੁੰਦੀ ਹੈ। ਇਹ ਦੋ ਚੀਜ਼ਾਂ ਕਰਕੇ એનર્ਜੀ ਦਾ ਫਾਰਮੂਲਾ ਕਿ ਕੈਪੈਸਿਟੈਂਸ ਰੈਸਿਪਰੋਕਲ ਆਏਗੀ ਤੇ ਅਮਾਉਂਟ ਆਫ ਚਾਰਜ ਕਾਂਸਟੈਂਟ ਹੋਏਗਾ। ਤੇ Q²/2C ਵਾਲਾ ਫਾਰਮੂਲਾ ਜਿਹੜਾ ਇਹ ਸੀਰੀਜ਼ ਦੇ ਵਿੱਚ ਯੂਜ਼ ਹੋਏਗਾ ਜ਼ਿਆਦਾਤਰ ਕੇਸ ਵਿੱਚ એનર્ਜੀ ਦੇ, ਠੀਕ ਹੈ। ਔਰ ਜੇ ਮੈਂ ਪੈਰਲਲ 'ਚ ਚਲੀਏ ਤੇ ਪੈਰਲਲ ਦੇ ਵਿੱਚ ਅਸੀਂ ਕਿਹਾ ਸੀ ਕੈਪੈਸਿਟਰ ਜਦੋਂ ਅਟੈਚ ਹੁੰਦੇ ਵੋਲਟੇਜ ਸੇਮ ਰਹਿੰਦੀ ਤੇ ਕੈਪੈਸਿਟੈਂਸ ਡਾਇਰੈਕਟ ਐਡ ਹੁੰਦੀ। वोल्टेज सेम तो कैपेसिटेंस डायरेक्ट, ये दो चीज़ां हाफ सीरीज के अंदर जस्टिफाई होंगी। सो जदों इत्थे हुण आपां लैके चलांगे जे इन पैरेलल कॉम्बिनेशन लिखिए इन पैरेलल कि भी जे तुहाडे कोल नंबर ऑफ कैपेसिटर्स हैगे ने जिन्हां दी कैपेसिटेंस C1 C2 C3 होएगी, उन्हां दी टोटल एनर्जी कढनी होवे ते ਅਸੀਂ ਇੱਥੇ ਬੜਾ ਇਦਾਂ ਲਿਖ ਦਿੰਦੇ we know that amount of energy ਦਾ ਫਾਰਮੂਲਾ हाफ Cp into V स्क्वायर लिख दो। Cp मेरे को आ जाएगी इक्विवेलेंट कैपेसिटेंस इन पैरेलल। जे मैं एदी जगह ते एदी वैल्यू पुट अप करा Cp दी, ठीक है, ते पैरेलल च कैपेसिटेंस डायरेक्ट ऐड हुई हुंदी है। यानी जिन्ने भी कैपेसिटर आ उन्हां सारियां दी कैपेसिटेंस डायरेक्ट ऐड कर दो ते Cp ਨੂੰ ਆਪਾਂ ਇਸ टर्म ਨਾਲ रिप्लेस कर सकते। हाफ V² पहली टर्म ਨਾਲ ਸਾਰੀਆਂ ਟਰਮ ਨਾਲ ਜੇ ਮੈਂ ਮਲਟੀਪਲਾਈ ਕਰ ਲਵਾਂ ਤੇ ਆਪਣੇ ਕੋਲ ਰਿਜ਼ਲਟ ਆ ਜਾਏਗਾ ਅਮਾਉਂਟ ਆਫ એનર્ਜੀ ਇਕੁਅਲ ਟੂ ਹਾਫ C1 V² प्लस हाफ C2 V² अप टू लास्ट ਚੱਲਦਾ ਚੱਲਦਾ ਤੇ ਹਾਫ Cn V² ਤੇ ਇਹਦੇ ਵਿੱਚੋਂ ਜੇ ਮੈਂ ਇਨੀ ਟਰਮ ਨੂੰ ਚੁੱਕਾਂ ਹਾਫ C1 V² this is the amount of energy stored in first capacitor, this is the energy stored in second, this is the energy stored in nth capacitor। ਇਹਦਾ ਮਤਲਬ ਜੇ ਇਹ ਸਾਰੀਆਂ ਟਰਮਸ ਨੂੰ ਦੇਖਾਂ ਤੇ ਜਿਹੜੀ ਟੋਟਲ એનર્ਜੀ ਆਏਗੀ that is the sum total of energy of all the capacitor। यानी जितने भी ਤੁਹਾਡੇ ਕੈਪੈਸਿਟਰਸ ਨੇ ਉਹਨਾਂ ਸਾਰਿਆਂ ਦੀ એનર્ਜੀ ਦੀ ਸਿੰਪਲ ਐਡੀਸ਼ਨ ਕਰ ਦਿਓ, ਇਹ ਤੁਹਾਡੇ ਸਿਸਟਮ ਦੇ ਅੰਦਰ ਟੋਟਲ એનર્ਜੀ ਆਏਗੀ ਜਦੋਂ ਨੰਬਰ ਆਫ ਕੈਪੈਸਿਟਰ ਮੇਰੇ ਸੀਰੀਜ਼ ਦੇ ਵਿੱਚ ਅਟੈਚ ਹੈ, सॉरी पैरेलल ਦੇ ਵਿੱਚ ਅਟੈਚ। क्या इतनी ਗੱਲ ਸਮਝ ਲੱਗੀ? हाँ जी सर। Yes, sir. यस सर।
ਲਾਸਟ ਟਾਈਮ ਫੇਰ ਰਿਪੀਟ ਆਪਾਂ ਇਹ ਕਿਹਾ ਕਿ ਜੇ ਮੇਰੇ ਕੋਲ ਕੈਪੈਸਿਟਰ ਪੈਰਲਲ ਚ ਜੁੜੇ ਆ ਉਹਨਾਂ ਦੀ ਕੈਪੈਸਿਟੈਂਸ ਜਿਹੜੀ ਉਹ ਡਾਇਰੈਕਟ ਐਡ ਹੁੰਦੀ ਆ। ਉਹ ਕਹਿੰਦਾ ਵਾਟ ਅਬਾਊਟ ਦਾ એનર્ਜੀ, ਤਾਂ ਅਸੀਂ ਕਹਿੰਦੇ ਜੀ ਜਦੋਂ ਕੈਪੈਸਿਟਰ ਪੈਰਲਲ ਚ ਜੁੜਦੇ ਉਹਨਾਂ ਦੀ એનર્ਜੀ ਵੀ ਡਾਇਰੈਕਟ ਐਡ ਹੋ ਕੇ ਆਏਗੀ। ਇਹ ਮਤਲਬ ਜਿੰਨੇ ਵੀ ਕੈਪੈਸਿਟਰ ਮੇਰੇ ਪੈਰਲਲ ਚ ਜੁੜੇ ਹੋਣਗੇ ਹਰ ਕੈਪੈਸਿਟਰ ਚ ਜਿੰਨੀ ਜਿੰਨੀ એનર્ਜੀ ਸਟੋਰ ਆ ਉਹਨਾਂ ਦੀ ਸਿੰਪਲ ਐਡੀਸ਼ਨ ਕਰ ਦਿਓ, ਤੁਹਾਡੇ ਕੰਬੀਨੇਸ਼ਨ ਆਫ ਕੈਪੈਸਿਟਰ ਦੀ ਟੋਟਲ એનર્ਜੀ ਆ। ਹੁਣ ਇਹਨੇ ਉਹਨੇ ਸੈਕਿੰਡ ਕਿਹਾ ਵਾ, ਕਹਿੰਦਾ ਜੀ ਇਨ ਸੀਰੀਜ਼ ਜੇ ਕੈਪੈਸਿਟਰ ਮੇਰੇ ਸੀਰੀਜ਼ ਚ ਲੱਗੇ ਆ ਤੇ ਸੀਰੀਜ਼ ਵੇਲੇ ਮੇਰੇ ਕੋਲ ਜਿਹੜਾ ਪ੍ਰੋਪਰਟੀ ਆ ਕਿ ਸੀਰੀਜ਼ ਦੇ ਵਿੱਚ ਚਾਰਜ ਸੇਮ ਹੁੰਦਾ ਤਾਂ ਕੈਪੈਸਿਟੈਂਸ ਰੈਸਿਪਰੋਕਲ ਐਡ ਹੁੰਦੀ, ਯਾਨੀ ਆ એનર્ਜੀ ਦਾ ਫਾਰਮੂਲਾ ਯੂਜ਼ ਹੋਏਗਾ। ਕਲੀਅਰ ਹੈ ਗੱਲ? Yes, sir. Yes, sir. तो इस केस के अंदर जो अपना एनर्जी का फार्मूला लइए ते फार्मूला आ गया q स्क्वायर बाय 2 into cs। cs ऐसे लिख देता इक्विवेलेंट कैपेसिटेंस इन के अंदर जी सीरीज एदी वैल्यू भर दो q स्क्वायर बाय 2 ते 1 ओवर cs जेड़ा वा 1 ओवर cs की जगह पे 1 by c1 प्लस 1 by c2 आपको लास्ट 1 by cn आ जाएगा। तो जे q स्क्वायर बाय 2 into c1 q स्क्वायर बाय 2 into c2 ये सारी टर्म लिखना जाऊं q स्क्वायर बाय 2 c1 प्लस q स्क्वायर बाय 2 c2 अप टू लास्ट ते ये मेरे को एसएच मेरे फर्स्ट कैपेसिटर दी एनर्जी स्टोर आ गई। ठीक है, ये मेरे को सेकंड कैपेसिटर दी एनर्जी आ गई। ਇਹਦਾ ਮਤਲਬ ਇਹ ਹੋਇਆ ਕਿ ਜਿੰਨੇ ਵੀ ਕੈਪੈਸਿਟਰ ਮੇਰੇ ਸੀਰੀਜ਼ ਚ ਜੁੜੇ ਆ ਹਨਾ ਉਹਨਾਂ ਦੀ ਜਿਹੜੀ ਟੋਟਲ એનર્ਜੀ ਆਏਗੀ that is the sum total of energy for all the capacitor। ਇਹਦਾ ਮਤਲਬ ਜਿੰਨੇ ਵੀ ਕੈਪੈਸਿਟਰ ਆ ਠੀਕ ਹੈ ਉਹਨਾਂ ਦੀ ਜਿਹੜੀ ਟੋਟਲ એનર્ਜੀ ਆ ਉਹ ਡਾਇਰੈਕਟ ਐਡ ਹੋਏਗੀ। ਇਹ ਤੋਂ ਕਨਕਲੂਜਨ ਆਪਾਂ ਇਹ ਲੈ ਸਕਦੇ ਆ ਕਿ ਜੇ ਕੈਪੈਸਿਟਰ ਮੇਰੇ ਸੀਰੀਜ਼ ਚ ਜੁੜਨ ਜਾਂ ਕੈਪੈਸਿਟਰ ਮੇਰੇ ਪੈਰਲਲ ਚ ਜੁੜਨ कैपेसिटेंस डायरेक्ट ऐड होवे या कैपेसिटेंस रेसिप्रोकल ऐड होवे पर अमाउंट ऑफ एनर्जी जेडी होएगी वो कॉम्बिनेशन ऑफ कैपेसिटर ते डिपेंड नहीं करेगी। भाਵੇਂ सीरीज च 10 कैपेसिटर जोड़ दियो ठीक है भाਵੇਂ पैरेलल च उन्हां दी एनर्जी जेडी आ दोनों केस च ऐड करन दा मेथड सेम होएगा। क्या गल समझ लगी जी? Yes, sir. Yes, sir. जेड़ा नेक्स्ट हैगा टॉपिक ठीक है उन्होंने पिछले किसी टॉपिक ਨਾਲ ਲਿੰਕ ਕਰਨ ਲੱਗਿਆ मेरे को एक कैपेसिटर गिवन है और इस कैपेसिटर को मैं एक 20 वोल्ट की बैटरी ਨਾਲ जोड़ देता ठीक है की करेगी बैटरी चार्ज फ्लो कराएगी सर। हां जी कैपेसिटेंस जिदा चार्ज हो जाएगी। बिल्कुल कैपेसिटर मेरा चार्ज हो जाएगा। ਜਦੋਂ कैपेसिटर चार्ज ਹੁੰਦਾ ਜਦੋਂ कैपेसिटर चार्ज ਹੁੰਦਾ ਆ बैटरी ਜਾਂ ਸੈੱਲ ਇਹ ਕੀ ਹੋ ਰਿਹਾ ਹੁੰਦਾ डिस्चार्ज मतलब ਇਹਦੀ ਚਾਰजिंग ਹੋ ਰਹੀ ਇਹਦੀ ਡਿਸਚਾਰजिंग ਹੋ ਰਹੀ। ਇਹਦਾ ਮਤਲਬ ਇਹ ਹੋਇਆ ਇਹ એનર્ਜੀ ਜਿਹੜੀ ਇਹਦੇ ਅੰਦਰ ਕੈਮੀਕਲ એનર્ਜੀ ਆ ਉਹ ਲਾਸ ਹੁੰਦੀ ਜਾ ਰਹੀ ਆ ਠੀਕ ਹੈ ਇਹਦੇ ਅਕ੍ਰੋਸ ਇਲੈਕਟ੍ਰੀਕਲ એનર્ਜੀ ਸਟੋਰ ਹੁੰਦੀ ਜਾ ਰਹੀ ਆ। ਉਹ ਕਹਿੰਦਾ ਜੇ ਮੈਂ ਇਹ ਕਹਾਂ ਇਹਦੇ 10 ਜੂਲ ਇਲੈਕਟ੍ਰੀਕਲ એનર્ਜੀ ਦੀ ਲਾਸ ਹੋ ਗਈ ਤੇ क्या ਇਹਦੇ ਅੰਦਰ 10 ਜੂਲ ਮੇਰੀ ਜਿਹੜੀ ਆ ਉਹ ਇਲੈਕਟ੍ਰੀਕਲ એનર્ਜੀ ਆ ਜੂ? यस सर ਯਾਰ ਸਾਰਿਆਂ ਨੂੰ ਗੱਲ ਸਮਝ ਲੱਗ ਰਹੀ ਜੋ ਮੈਂ Yes, sir. ਜੇ ਇਹਦੇ 10 ਜੂਲ ਇਨ ਕੈਮੀਕਲ એનર્ਜੀ ਲਾਸ ਕੀਤੀ ਆ ਤੇ ਆਪਾਂ ਨੂੰ ਪਤਾ એનર્ਜੀ ਕ੍ਰੀਏਟ ਔਰ ਡਿਸਟਰੋਏ ਨਹੀਂ ਹੁੰਦੀ। ਇਹਦਾ ਮਤਲਬ ਜੇ ਵੀ 10 ਜੂਲ ਕੈਮੀਕਲ એનર્ਜੀ ਲਾਸ ਹੋਈ ਆ ਤੇ ਇਹਦੇ ਕੋਲ 10 ਜੂਲ ਇਲੈਕਟ੍ਰੀਕਲ એનર્ਜੀ ਬਣੂਗੀ। हाँ जी सर। Yes, sir. Yes, sir. ਇਹ ਜਿਹੜੀ ਕੰਡੀਸ਼ਨ ਬੋਲਦੇ ਪਏ ਇਹ ਆਈਡੀਅਲ ਕੰਡੀਸ਼ਨ ਆ। ਕਹਿੰਦਾ ਬਈ ਮੈਂ ਐਸਐਚ ਕੀ ਨੋਟ ਕੀਤਾ ਜਦੋਂ ਮੈਂ ਸਾਰਾ ਕੰਮ ਕਰਦਾ ਮੈਂ ਤਾਰ ਜਿਹੜੀ ਨਾਲ ਜੋੜਿਆ ਹੋਇਆ ਕੈਪੈਸਿਟਰ ਤੇ ਬੈਟਰੀ ਨੂੰ ਮੈਂ ਤਾਰ ਨੂੰ ਹੱਥ ਲਾ ਕੇ ਦੇਖਿਆ ਤਾਰ ਤਾਂ ਗਰਮ ਪਈ ਆ। ਜੇ ਤਾਰ ਮੇਰੀ ਗਰਮ ਹੋ ਰਹੀ ਆ ਤਾਰ ਮੇਰੀ ਹੀਟ ਹੋ ਰਹੀ ਆ ਤੇ ਇਹਦਾ ਮਤਲਬ ਆ ਹੀਟ ਵੀ ਤਾਂ એનર્ਜੀ ਦੀ ਫਾਰਮ ਹੀ ਆ। ਇਹਦਾ ਮਤਲਬ ਇਸ ਬੈਟਰੀ ਦੀ ਕੈਮੀਕਲ એનર્ਜੀ ਦਾ ਕੁਝ ਪੋਰਸ਼ਨ ਠੀਕ ਹੈ ਉਹ ਵਾਇਰ ਦੇ ਅਕ੍ਰੋਸ ਇਸ ਕਨੈਕਟਿੰਗ ਵਾਇਰ ਦੇ ਅਕ੍ਰੋਸ ਮੇਰੇ ਕੋਲ ਹੀਟ ਦੀ ਫਾਰਮ ਚ ਆ ਰਿਹਾ। ਇਹਦਾ ਮਤਲਬ ਇਹ ਚੀਜ਼ ਹੋਈ ਕਿ ਕੁਝ ਅਮਾਉਂਟ ਆਫ એનર્ਜੀ ਡਿਊਰਿੰਗ ਟ੍ਰਾਂਸਫਰਿੰਗ ਆਫ ਚਾਰਜ ਜਿਹੜੀ ਆ ਉਹ ਲਾਸ ਹੁੰਦੀ ਆ ਬੇਟਾ। ਆਪਾਂ ਪੱਕਾ ਚਲਾਉਂਦੇ ਆ
ਆਪਾਂ ਪੱਖਾ ਚਲਾਉਂਦੇ ਆ, ਅਸੀਂ ਕਹਿੰਦੇ ਜੀ ਅਸੀਂ ਪੱਖੇ ਨੂੰ ਵਿੱਚੋਂ ਸਵਿਚ ਤੋਂ ਔਨ ਜਦੋਂ ਕੀਤਾ ਤੇ ਸਵਿਚ ਤੋਂ ਐਸ ਸੱਚ ਇਹਨੂੰ ਇਲੈਕਟ੍ਰੀਕਲ એનર્ਜੀ ਦਿੰਦੇ ਪਏ। ਇਹ ਇਲੈਕਟ੍ਰੀਕਲ એનર્ਜੀ ਮਕੈਨੀਕਲ એનર્ਜੀ ਚ ਕਨਵਰਟ ਕਰਦਾ ਪਿਆ, ਟਿਊਬ ਦੇ ਵਿੱਚੋਂ ਮੇਰੇ ਕੋਲ ਲਾਈਟ એનર્ਜੀ ਚ ਕਨਵਰਟ ਕਰ ਰਿਹਾ। ਪਰ ਇਹ ਸਾਰੇ ਪ੍ਰੋਸੈਸ ਦੇ ਅੰਦਰ ਜਿਹੜੀ ਕਨੈਕਟਿੰਗ ਵਾਇਰ ਆ, ਜਿਹੜੀਆਂ ਪੱਖੇ ਦੇ ਵਿੱਚ ਕੋਇਲਾਂ ਲੱਗੀਆਂ ਹੋਈਆਂ, ਉਹ ਵੀ ਤਾਂ ਹੀਟ ਹੁੰਦੀਆਂ ਪਈਆਂ। यस सर। Yes, sir. Yes, sir. ਹੀਟ ਹੋ ਰਹੀ ਆ ਤੇ ਇਹਦਾ ਮਤਲਬ 100% ਮੇਰੀ એનર્ਜੀ ਜਿਹੜੀ ਆ ਉਹ ਐਸ ਸੱਚ ਮਕੈਨੀਕਲ ਫਾਰਮ ਚ ਮੈਨੂੰ ਨਹੀਂ ਮਿਲਦੀ ਪਈ ਪੱਖੇ ਚ, ਲਾਈਟ ਫਾਰਮ ਚ ਨਹੀਂ ਮਿਲਦੀ ਪਈ ਮੈਨੂੰ ਟਿਊਬ ਦੇ ਅੰਦਰ। ਇਹ ਹੀ ਕੈਪੈਸਿਟਰ ਦੇ ਅੰਦਰ ਵੀ ਅਸੀਂ ਮੰਨਦੇ ਸਾਰੇ ਦੀ ਸਾਰੀ એનર્ਜੀ ਮੇਰੇ ਕੋਲ ਜਿਹੜੀ ਉਹ ਸਟੋਰ ਨਹੀਂ ਹੋਈ, ਕੁਝ એનર્ਜੀ ਮੇਰੇ ਕੋਲ ਲਾਸ ਹੋ ਗਈ। ਠੀਕ ਹੈ, ਦੂਜੇ ਵੇ ਨਾਲ ਜਿਹੜਾ ਆਪਾਂ ਟੌਪਿਕ ਬਣਾਉਣ ਲੱਗੇ ਕੁਝ ਇਹ ਆ, ਮੰਨ ਲਓ ਮੇਰੇ ਕੋਲ ਦੋ ਕੈਪੈਸਿਟਰ, ਮੰਨ ਲਓ ਮੇਰੇ ਕੋਲ ਦੋ ਕੈਪੈਸਿਟਰ, ਇੱਕ ਮੇਰੇ ਕੋਲ ਜਿਹੜਾ ਹਾਈ ਕੈਪੈਸਿਟੀ ਦਾ, ਇੱਕ ਮੇਰੇ ਕੋਲ ਲੋ ਕੈਪੈਸਿਟੀ ਦਾ। ਤੇ ਜੇ ਇੱਕ ਕੈਪੈਸਿਟਰ ਦੂਜੇ ਕੈਪੈਸਿਟਰ ਨੂੰ ਕਨੈਕਟ ਕਰਾਂ ਹੈ ਨਾ, ਔਰ ਹਾਈ એનર્ਜੀ ਵਾਲਾ ਕੈਪੈਸਿਟਰ ਜਿਹੜਾ ਹਾਈ ਚਾਰਜ ਆ, ਜਿਸ ਕੋ ਹਾਈ ਕੈਪੈਸਿਟੀ ਆ, ਉਹ ਚਾਰਜ ਦੂਜੇ ਕੈਪੈਸਿਟਰ ਨੂੰ ਸਪਲਾਈ ਕਰਦਾ ਹੋਵੇ ਤੇ ਅਸੀਂ ਕਹਿੰਦੇ ਡਿਊਰਿੰਗ ਦੈਟ ਟ੍ਰਾਂਸਫਰਿੰਗ ਆਫ ਚਾਰਜ, ਠੀਕ ਹੈ, ਸਮ એનર્ਜੀ ਮਸਟ ਬੀ ਲੋਸਟ ਇਨ ਦਾ ਫਾਰਮ ਆਫ ਹੀਟ એનર્ਜੀ। ਤੇ ਟੌਪਿਕ ਉਹਨੇ ਇਹੀ ਬਣਾਇਆ ਕਿ ਵੀ ਜੇ ਮੇਰੇ ਕੋਲ ਐਸਾ ਕੁਝ એનર્ਜੀ ਦਾ ਲਾਸ ਹੋਇਆ, ਕੈਲਕੂਲੇਟ ਕਰੋ ਕਿੰਨੀ એનર્ਜੀ ਲਾਸ ਹੁੰਦੀ। ਨੂਮੈਰੀਕਲੀ ਇੱਕ ਗੱਲ ਜੋੜਨ ਲੱਗਿਆ, ਇੱਕ ਨੂਮੈਰੀਕਲ ਲੈ ਰਹੇ ਆਪਾਂ। ਉਹ ਕਹਿੰਦਾ ਜੀ ਮੰਨ ਲਓ ਇੱਕ 900 ਪੀਕੋ ਫੈਰਡ ਦਾ ਕੈਪੈਸਿਟਰ, ਇੱਕ 900 ਪੀਕੋ ਫੈਰਡ ਦਾ ਕੈਪੈਸਿਟਰ ਆ ਜਿਹਨੂੰ ਮੈਂ 100 ਵੋਲਟ ਦੇ ਉੱਤੇ ਕਨੈਕਟ ਕੀਤਾ ਹੋਵੇ। ਯਾਨੀ ਆ 900 ਪੀਕੋ ਫੈਰਡ ਦਾ ਕੈਪੈਸਿਟਰ ਹੋ ਗਿਆ, ਇਹਨੂੰ ਮੈਂ 100 ਵੋਲਟ ਦੇ ਉੱਤੇ ਜਿਹੜਾ ਇਹਨੂੰ ਕਨੈਕਟ ਕੀਤਾ ਹੋਇਆ ਬੈਟਰੀ ਦੇ ਨਾਲ, ਉਹਨੇ ਬੈਟਰੀ ਨੇ ਇਹਨੂੰ ਚਾਰਜ ਕਰ ਦਿੱਤਾ। ਹੁਣ ਜਦੋਂ ਇਹ ਚਾਰਜ ਹੋ ਗਿਆ, ਮੈਂ ਇਸ ਕੈਪੈਸਿਟਰ ਨੂੰ, ਆਪਾਂ ਕੈਪੈਸਿਟਰ ਨੂੰ ਇਸ ਕੈਪੈਸਿਟਰ ਦੇ ਨਾਲ ਦਿਖਾ ਦਿੰਦੇ ਹਾਂ। ਆ ਮੰਨ ਲਓ ਮੇਰੇ ਕੋਲ ਇੱਕ ਕੈਪੈਸਿਟਰ ਆ ਗਿਆ, ਸ਼ੇਪ ਕੁਝ ਵੀ ਦਿਖਾ ਦੋ। ਇਸ ਕੈਪੈਸਿਟਰ ਨੂੰ ਮੈਂ ਦੂਜੇ ਇੱਕ ਕੈਪੈਸਿਟਰ ਨਾਲ ਅਟੈਚ ਕੀਤਾ, ਜਿਹੜੇ ਦੂਜੇ ਕੈਪੈਸਿਟਰ ਨਾਲ ਅਟੈਚ ਕਰਦਾ ਪਿਆ ਉਹ ਕਹਿੰਦਾ ਜੀ ਅਨਚਾਰਜ। ਇਹਦਾ ਮਤਲਬ ਇਸ ਕੈਪੈਸਿਟਰ ਦਾ ਮੈਨੂੰ ਉਹਨੇ C1 ਦੱਸਿਆ 900 ਪੀਕੋ ਫੈਰਡ ਦਾ, ਇਹਦਾ ਉਹਨੇ ਮੈਨੂੰ V1 ਦੱਸਿਆ 100 ਵੋਲਟ ਆ। ਦੂਜਾ ਕੈਪੈਸਿਟਰ ਉਹਦਾ ਸੇਮ ਕੈਪੈਸਿਟੀ ਦਾ ਵਾ, ਠੀਕ ਹੈ, ਇਹਦੀ ਵੀ ਕੈਪੈਸਿਟੀ ਜਿਹੜੀ ਆ ਉਹ 900 ਪੀਕੋ ਫੈਰਡ ਆ, ਪਰ ਇਹ ਬਈ ਅਨਚਾਰਜ ਆ। ਇਹਦਾ ਮਤਲਬ ਜੇ ਇਹ ਚਾਰਜ ਨਹੀਂ ਹੈਗਾ ਤੇ ਇਹਦੇ ਵਿੱਚ ਅਜੇ ਕੋਈ ਪੋਟੈਂਸ਼ੀਅਲ ਵੀ ਨਹੀਂ ਬਣਿਆ, ਇਹਦਾ ਮਤਲਬ ਇਹਦਾ ਪੋਟੈਂਸ਼ੀਅਲ ਜ਼ੀਰੋ ਆ। ਉਹਨੇ ਮੈਨੂੰ ਕਿਹਾ ਜੀ ਵੈਨ ਯੂ ਕਨੈਕਟ ਦਾ ਟੂ ਕੈਪੈਸਿਟਰ, ਤੁਸੀਂ ਦੋ ਕੈਪੈਸਿਟਰ ਜੋੜ ਦਿੱਤੇ ਤਾਂ ਕੈਲਕੂਲੇਟ ਦਾ ਕਾਮਨ ਪੋਟੈਂਸ਼ੀਅਲ, calculate the common potential and also calculate loss of energy on sharing charges। ਜਦੋਂ ਇਹਨਾਂ ਨੇ ਚਾਰਜ ਸ਼ੇਅਰ ਕਰਨੇ ਆ, ਉਸ ਸ਼ੇਅਰਿੰਗ ਵਿੱਚ એનર્ਜੀ ਦਾ ਲਾਸ ਕਿੰਨਾ ਹੋਏਗਾ। ਤੇ ਬੇਟਾ ਇੱਕ ਲਾਈਨ ਦਿਮਾਗ 'ਚ ਰੱਖਿਓ, એનર્ਜੀ ਲਾਸ ਹੋਈ ਆ, ਚਾਰਜ ਨਹੀਂ ਲਾਸ ਹੋਣਾ। ਜੇ ਇਹਨੇ 10 ਇਲੈਕਟ੍ਰੋਨ ਭੇਜੇ ਆ ਤੇ ਮੈਂ ਕਹਾਂ ਇੱਥੇ 7 ਪਹੁੰਚੇ, 3 ਰਸਤੇ 'ਚ ਗੁਆਚ ਗਏ, ਇਦਾਂ ਨਹੀਂ ਹੋਏਗਾ। ਟੋਟਲ ਚਾਰਜ ਬਿਫੋਰ ਸ਼ੇਅਰਿੰਗ ਦੋਨਾਂ ਦਾ, ਟੋਟਲ ਚਾਰਜ ਆਫਟਰ ਸ਼ੇਅਰਿੰਗ ਦੋਨਾਂ ਦਾ ਚਾਰਜ ਸੇਮ ਰਹੇਗਾ, ਚਾਰਜ ਦਾ ਲਾਸ ਕੋਈ ਨਹੀਂ ਹੁੰਦਾ। ਹਾਂ, ਇਹ ਸੀਗਾ ਟੋਟਲ એનર્ਜੀ ਦੋਨਾਂ ਦੀ ਮੈਂ ਮਿਲਾ ਕੇ ਪਹਿਲੋਂ ਕੱਢ ਲਈ। ਜਦੋਂ ਮੇਰੇ ਕੋਲ ਟ੍ਰਾਂਸਫਰਿੰਗ ਬੰਦ ਹੋ ਗਈ, ਮੈਂ ਫੇਰ ਦੁਬਾਰਾ એનર્ਜੀ ਕੱਢੀ ਤੇ ਮੈਂ ਦੇਖਿਆ ਜੀ ਕੁਝ એનર્ਜੀ ਲਾਸ ਹੋ ਗਈ। ਪਹਿਲੋਂ 100 ਦੋਨਾਂ ਦੀ ਮਿਲਾ ਕੇ ਸੀ, ਹੁਣ ਮੇਰੇ ਕੋਲ 70 ਜਾਊਲ ਆਈ ਆ। ਕਹਿੰਦਾ ਜੀ 30 ਜਾਊਲ ਕਿੱਥੇ ਗਈ? ਤੇ ਮੈਂ ਆਹ ਤਾਰ ਨੂੰ ਹੱਥ ਲਾ ਕੇ ਦੇਖਿਆ, ਤਾਰ ਗਰਮ ਸੀ ਤੇ ਮੈਂ 30 ਜਾਊਲ ਇੱਥੇ ਮੇਰੀ એનર્ਜੀ ਦਾ ਲਾਸ ਆ। ਸੋ ਚਾਰਜ ਦਾ ਲਾਸ ਨਹੀਂ ਹੋਏਗਾ, ਇਹ ਦਿਮਾਗ 'ਚ ਰੱਖਿਓ। ਲਾਸ ਆਫ એનર્ਜੀ ਆਪਣੇ ਕੋਲ ਕੈਲਕੂਲੇਟ ਹੁੰਦੀ, ਲਾਸ ਆਫ ਚਾਰਜ ਨਹੀਂ ਆਂਦਾ ਕਿਤੇ। ਇਹਦੀ ਗੱਲ ਸਮਝ ਲੱਗੀ? ओके सर। हाँ जी सर। Yes, sir. Yes, sir. ਕਲੀਅਰ ਆ ਜੀ? हाँ जी सर। ਹੁਣ ਇਹੀ ਆਪਣਾ ਟੌਪਿਕ ਬਣਨ ਲੱਗਿਆ ਬੇਟਾ, ਜਿਹਦੀ ਗੱਲ ਕਰਦਾ ਮੈਂ ਤੁਹਾਡੇ ਨਾਲ। ਟੌਪਿਕ ਦਾ ਹੈਡਿੰਗ ਹੈਗਾ ਤੁਹਾਡੇ ਕੋਲ ਕਾਮਨ ਪੋਟੈਂਸ਼ੀਅਲ, ਕਾਮਨ ਪੋਟੈਂਸ਼ੀਅਲ, ਪਹਿਲਾਂ ਕਾਮਨ ਪੋਟੈਂਸ਼ੀਅਲ ਕੱਢ ਦੋ, ਕਿੰਨਾ ਇਹਦਾ ਫਾਰਮੂਲਾ ਕੀ ਬਣੇਗਾ, ਮੁੜ ਕੇ ਲਾਸ ਆਫ એનર્ਜੀ ਕੱਢਣੀ। ਡਾਇਗਰਾਮ ਆਹੀ, ਕੋਈ ਡਾਇਗਰਾਮ ਨਹੀਂ ਹੈਗੀ ਆਪਣੇ ਦਿਮਾਗ 'ਚ। ਆਪਾਂ ਇੱਕ ਫਿਗਰ ਲੈ ਕੇ ਚੱਲਾਂਗੇ ਕਿ ਆਪਣੇ ਕੋਲ ਦੋ ਕੈਪੈਸਿਟਰ ਆ, ਠੀਕ ਹੈ, ਜਿਹੜੇ ਦੋ ਕੈਪੈਸਿਟਰ ਗਿਵਨ ਆ, ਇੱਕ ਦੀ ਕੈਪੈਸਿਟੈਂਸ C1, ਸੈਕਿੰਡ ਦੀ ਕੈਪੈਸਿਟੈਂਸ C2, ਇੱਕ ਦਾ ਪੋਟੈਂਸ਼ੀਅਲ V1, ਇੱਕ ਦਾ ਪੋਟੈਂਸ਼ੀਅਲ V2, ਠੀਕ ਹੈ, ਵਿਦ ਦਾ ਕੰਡੀਸ਼ਨ V1 greater than V2।
मतलब एक कैपेसिटर हाई पोटेंशियल ਤੇ ਆ ਇੱਕ कैपेसिटर लो पोटेंशियल ਤੇ ਆ ਤੇ ਜੇ ਮੈਂ ਦੋ कैपेसिटर आपस ਵਿੱਚ ਅਟੈਚ ਕੀਤੇ ਅਗਰ ਜੇ ਆਪਣੇ ਕੋਲ ਦੋ कैपेसिटर ਆ ਗਏ दो कैपेसिटर आ गए इंडिविजुअली एक दी कैपेसिटी C1 आ पोटेंशियल V1 आ दूसरे दी कैपेसिटी C2 पोटेंशियल V2 और कंडीशन ये देने पे कि भी फर्स्ट कैपेसिटर जेड़ा वा ए हायर पोटेंशियल ते आ सेकंड कैपेसिटर ना ठीक है और जब मैं ये दो कैपेसिटर अटैच करांगा इना च चार्ज ट्रांसफर होएगा कदों तक होएगा कोई बोलेगा V1 equals to V2. ਜਦੋਂ पोटेंशियल सेम नहीं ਹੁੰਦਾ पोटेंशियल सेम नहीं होता ना ਜਦੋਂ ਤੱਕ V1 V2 ਇਕੁਅਲ ਨਹੀਂ ਆਉਂਦੇ ਕਿਉਂਕਿ ਜੇ ਇਹਨੇ ਚਾਰਜ ਲਾਸ ਕਰਨਾ ਸ਼ੁਰੂ ਕੀਤਾ ਤੇ ਇਹਦਾ ਪੋਟੈਂਸ਼ੀਅਲ ਹੌਲੀ ਹੌਲੀ ਘਟਦਾ ਜਾਏਗਾ ਠੀਕ ਹੈ ਉਹਨੇ ਚਾਰਜ ਗੇਨ ਕਰਦਾ ਫਿਰ ਉਹਦਾ ਪੋਟੈਂਸ਼ੀਅਲ ਵਧੀ ਚੱਲੂ ਇੱਕ ਸਟੇਜ ਆ ਜਾਏਗੀ when both will reach at the same potential ਠੀਕ ਹੈ ਫਰਦਰ ਵੀ ਸੈਟ ਕਿ ਵੀ there is no flow of charge ਤੇ ਉਸ ਮੂਮੈਂਟ ਤੇ ਉਹਨੇ ਕਿਹਾ ਜੀ ਕਾਮਨ ਪੋਟੈਂਸ਼ੀਅਲ ਜਿਹੜਾ ਬੰਨਾ ਉਹਦਾ ਵੇਰੀਏਬਲ ਕੱਢੋ ਕਿਹੜੇ ਕਿਹੜੇ ਵੇਰੀਏਬਲ ਤੇ ਡਿਪੈਂਡੈਂਟ अपने कुछ चार नोन वेरिएबल है C1 C2 अपने नोन है V1 V2 अपने नोन है जेड़ा कॉमन पोटेंशियल वो अननोन है ओदी वैल्यू इना नोन वेरिएबल दी फॉर्म च आपा कढनी क्या इतनी गल समझ लगी Yes, sir. यस सर ਉਹਨੂੰ ਕੈਲਕੂਲੇਟ ਕਰਨ ਲਈ ਠੀਕ ਹੈ ਉਹਨੂੰ ਕੈਲਕੂਲੇਟ ਕਰਨ ਲਈ ਆਪਾਂ ਕੰਡੀਸ਼ਨ ਲੈ ਕੇ ਚੱਲਾਂਗੇ ਟੋਟਲ ਚਾਰਜ ਕੱਢੋ ਦੋਨਾਂ ਕੈਪੈਸਿਟਰ ਦਾ ਮਿਲਾ ਕੇ ਸ਼ੇਅਰਿੰਗ ਤੋਂ ਪਹਿਲਾਂ ਕਿੰਨਾ ਟੋਟਲ ਚਾਰਜ ਕੱਢੋ ਦੋਨਾਂ ਕੈਪੈਸਿਟਰ ਦਾ ਸ਼ੇਅਰਿੰਗ ਤੋਂ ਬਾਅਦ ਕਿੰਨਾ ਤੇ ਅਕੋਰਡਿੰਗ ਟੂ ਕਨਜ਼ਰਵੇਸ਼ਨ ਆਫ ਚਾਰਜ ਟੋਟਲ ਚਾਰਜ ਬਿਫੋਰ ਸ਼ੇਅਰਿੰਗ ਐਂਡ ਆਫਟਰ ਸ਼ੇਅਰਿੰਗ ਉਹ ਇਕੁਅਲ ਆ ਉਹਨੇ ਇਕੁਏਟ ਕਰਾਂਗੇ ਇਹਦਾ ਮਤਲਬ ਆਪਣੇ ਕੋਲ ਕੰਡੀਸ਼ਨ ਹੋਏਗੀ ਅਕੋਰਡਿੰਗ ਟੂ थोड़ा शॉर्ट से लिख रहे हैं अकॉर्डिंग टू प्रिंसिपल ऑफ कंजर्वेशन ऑफ चार्ज ठीक है कंडीशन ये होगी टोटल चार्ज ऑफ टू कैपेसिटर्स एनी चीज भी कॉमन कर दो बिफोर शेयरिंग इक्वल टू आफ्टर शेयरिंग C ਤੇ B ਦੀ ਫਾਰਮ ਚ ਚਾਰਜ ਦਾ ਜਨਰਲ ਫਾਰਮੂਲਾ ਆਪਾਂ ਲੈ ਕੇ ਚੱਲੀਏ ਤੇ Q CV ਹੁੰਦਾ ਲਵਿਸ਼ਾ ਇੱਕ ਵਾਰੀ ਅਟੈਂਡੈਂਸ ਨੋਟ ਕਰੀ ਬੇਟਾ ਹੁਣ Q CV ਹੁੰਦਾ देयरफॉर ਇਹਦੇ ਅਕੋਰਡਿੰਗਲੀ ਲਿਖੇ ਪਹਿਲੇ ਕੈਪੈਸਿਟਰ ਕੋ ਚਾਰਜ C1 V1 ਇਹਦੇ ਦੂਜੇ ਦਾ ਲਿਖ ਲਓ ਸੋ ਟੋਟਲ ਚਾਰਜ ਸ਼ੇਅਰਿੰਗ ਤੋਂ ਪਹਿਲਾਂ C1 V1 C2 V2 ਹੁਣ ਹੋਇਆ ਇਹ ਕਿ ਜਦੋਂ ਇਹ ਚਾਰਜ ਲਾਸ ਕਰਦਾ ਗਿਆ ਚਾਰਜ ਸਪਲਾਈ ਕਰਦਾ ਗਿਆ ਇਹਦਾ V1 ਤੋਂ ਪੋਟੈਂਸ਼ੀਅਲ ਜਿਹੜਾ ਘਟ ਕੇ ਇਹਦਾ V2 ਤੋਂ ਪੋਟੈਂਸ਼ੀਅਲ ਵੱਧ ਕੇ ਦੋਨਾਂ ਦਾ ਕਾਮਨ ਪੋਟੈਂਸ਼ੀਅਲ ਅਸੀਂ ਮੰਨ ਲਿਆ V ਆ ਜਾਏ ਇਹਦਾ ਮਤਲਬ ਜਿਹੜਾ ਚਾਰਜ ਆਫਟਰ ਸ਼ੇਅਰਿੰਗ ਲਿਖਣਾ ਉਹ ਚ ਪੋਟੈਂਸ਼ੀਅਲ ਦਾ ਸਿੰਬਲ V ਚੱਲੂ ਇਹ ਵਾਲਾ ਆਪਣੇ ਕੋਲ ਆ ਗਿਆ C1V C2V V ਇਹਨਾਂ ਚੋਂ ਕਾਮਨ ਕੱਢ ਕੇ ਇਹ ਤੋਂ ਵੈਲਿਊ ਬਣਾ ਦਿਓ ਤੇ V ਦੀ ਵੈਲਿਊ ਆ ਗਈ C1V1 C2 V2 over C1 C2 यानी हम एक और वैल्यू आ जाएगी कॉमन पोटेंशियल दी जिदे विच चारे नॉन वेरिएबल होंगे क्या इन्नी गल पहले समझ लगी हाँ जी सर हाँ जी सर हाँ जी करा कंटिन्यू Yes, sir. यस सर so यस सर एक कॉमन पोटेंशियल आया अगे हुन अपने कोल चलना कहंदा जी टोटल लॉस ऑफ एनर्जी ऑन शेयरिंग चार्जेस ओदी वैल्यू कढनी आ ਉਹਦੇ ਲਈ ਕੀ ਕਰਾਂਗੇ ਜਿੱਦਾਂ ਟੋਟਲ ਚਾਰਜ ਬਿਫੋਰ ਤੇ ਆਫਟਰ ਸ਼ੇਅਰਿੰਗ ਨੂੰ ਇਕੁਏਟ ਕੀਤਾ ਹੁਣ એનર્ਜੀ ਵੇਲੇ ਇਕੁਏਟ ਨਹੀਂ ਕਰ ਪਾਉਂਗਾ ਕਿ ਵੀ ਦੋਨਾਂ ਦੀ ਮਿਲਾ ਕੇ ਟੋਟਲ એનર્ਜੀ ਸ਼ੇਅਰਿੰਗ ਤੋਂ ਪਹਿਲਾਂ ਕੱਢ ਲਓ ਦੋਨਾਂ ਦੀ ਟੋਟਲ એનર્ਜੀ ਆਫਟਰ ਕੱਢ ਲਓ ਤੇ ਇਕੁਏਟ ਕਰ ਦਿਓ ਇਕੁਏਟ ਨਹੀਂ ਹੋਣਾ ਕਿਉਂਕਿ ਜੇ એનર્ਜੀ ਦਾ ਲਾਸ ਹੋਇਆ ਵਾ ਇਹ ਵੱਲ ਮੇਰੇ ਕੋਲ ਪਹਿਲਾਂ ਜ਼ਿਆਦਾ ਹੋਏਗੀ ਬਾਅਦ ਚੋਂ ਘਟੀ ਹੋਏਗੀ ਇਹਦਾ ਮਤਲਬ ਇਹ ਹੋਇਆ ਕਿ ਇਨੀਸ਼ੀਅਲ એનર્ਜੀ ਦੇ ਵਿੱਚੋਂ ਫਾਈਨਲ એનર્ਜੀ ਨੂੰ ਮਾਈਨਸ ਕਰਕੇ ਦੇਖਾਂਗੇ अपने को बचना की है क्या जीरो आया कि कुछ ओदी फाइनाइट वैल्यू आ गई गल समझ आई क्यों कह रहे हैं चलो सो ये भी जे कंटिन्यू करिए ते अपने को इत्थे हैगा जेड़ा अगला पार्ट टॉपिक दा वो हैगा एक्सप्रेशन फॉर लॉस ऑफ एनर्जी ऑन शेयरिंग चार्जेस
लॉस ऑफ एनर्जी ऑन शेयरिंग चार्जेस, ठीक है। ਤੇ ਇਸ ਮੂਵਮੈਂਟ ਤੇ ਆਪਣੇ ਕੋਲ ਜਿਹੜੇ ਐਸਐਚ ਕੈਪੈਸਿਟਰ ਜੁੜਦੇ ਪਏ ਇਹ ਇੱਕ ਤਰ੍ਹਾਂ ਪੈਰਲਲ ਚ ਜੁੜੇ ਆ ਬੇਟਾ। ਜਿਹੜੇ ਕੈਪੈਸਿਟਰ ਆਪਾਂ ਐਸਐਚ ਡਾਇਰੈਕਟ ਅਟੈਚ ਕਰਦੇ ਪਏ ਜਦੋਂ ਪੋਟੈਂਸ਼ੀਅਲ ਕਾਮਨ ਹੋ ਗਿਆ, ਪੋਟੈਂਸ਼ੀਅਲ ਸੇਮ ਹੋ ਗਿਆ ਤੇ ਸੇਮ ਪੋਟੈਂਸ਼ੀਅਲ ਪੈਰਲਲ ਚ ਹੁੰਦਾ ਇਸ ਲਈ ਇਹਦੇ ਵਿੱਚ એનર્ਜੀ ਦਾ ਫਾਰਮੂਲਾ ਜਿਹੜਾ ਹੋਏਗਾ, ਠੀਕ ਹੈ, ਉਹਨੂੰ ਆਪਾਂ ਲੈ ਕੇ ਚੱਲੀਏ ਤਾਂ ਆਪਾਂ ਲਿਖਾਂਗੇ V ਨੋ ਦੈਟ total energy before sharing। दोनों कैपेसिटर की ਜਿਹੜੀ टोटल एनर्जी शेयरिंग ਤੋਂ ਪਹਿਲਾਂ ਆ, ठीक है, ਉਹਨੂੰ E1 इक्वल टू ਆਪਣੇ को डिफाइन कर लो। पहले कैपेसिटर की आ गई हाफ C1 V1 स्क्वायर। आ ਦੱਸਦਾ ਪਿਆ ਕਿ ਇਹੀ ਫਾਰਮੂਲਾ ਕਿਉਂ ਲਿੱਤਾ, ਦੂਜਾ ਕਿਉਂ ਨਹੀਂ। ਉਹਦਾ ਕਾਰਨ ਆ ਕਿ पोटेंशियल सेम ਆ, ठीक है, पोटेंशियल सेम पैरेलल ਚ ਹੁੰਦਾ। पैरेलल ਚ कैपेसिटेंस डायरेक्ट प्लस ਹੁੰਦੀ है, इसलिए C डायरेक्ट वाला फार्मूला। और दूसरे कैपेसिटर की एनर्जी आ गई हाफ C2 V2 स्क्वायर। इतनी टोटल एनर्जी मेरे को बिफोर शेयरिंग दोनों दी मिला के होएगी ते शेयरिंग उदों तक रही जदों तक पोटेंशियल कॉमन नहीं आ गया। ਇਹਦੇ ਨਾਲ ਜੇ ਮੈਂ टोटल एनर्जी लिखा, सिमिलरली टोटल एनर्जी आफ्टर शेयरिंग, जे टोटल एनर्जी आफ्टर शेयरिंग लिखनी है, ठीक है, V1 चेंज हो के ते V2 चेंज हो के V बन गया। ये आ गई जी हाफ C1, ठीक है, एक सब इकट्ठा कर रहे हैं, इना भी V आना इना भी V आना, V कॉमन काट लो, हाफ C1 प्लस C2 इनटू V स्क्वायर। क्या इतनी चीज क्लियर है? हाँ जी। Yes, sir. Yes sir। Yes, sir. चलो ये आई अपने को टोटल एनर्जी बिफोर, ये आई टोटल एनर्जी आफ्टर। इस आफ्टर वाले दे विच V ਜਿਹੜਾ ਨਾ ਇਹ ਮੇਰਾ ਅਨਨੋਨ ਆ, ਪਰ ਪੁੱਤ ਇਸ V ਦੀ ਵੈਲਿਊ ਆਲਰੇਡੀ ਆ ਨੋਨ ਵੇਰੀਏਬਲ ਜਿ ਅਸੀਂ ਬਣਾਈ ਹੋਈ ਆ, ਇਸ ਲਈ V ਦੀ ਜਗ੍ਹਾ ਤੇ ਉਹਦੀ ਵੈਲਿਊ ਪੁੱਟ ਅਪ ਕਰ ਦੋ। देयरफॉर फिगर रिक्वायर्ड नहीं है कि इसलिए हम खत्म करें। जे अपने को टोटल एनर्जी ਆਪਾਂ दोबारा देखिए आफ्टर शेयरिंग वाली टर्म सी की हाफ C1 प्लस C2 इनटू V स्क्वायर ते V की जगह पे आप पूरी टर्म का स्क्वायर कर लो, ऊपर होल स्क्वायर बखरा कर लो, नीचे बखरा लिख लो। टर्म आ गई C1 V1 प्लस C2 V2 स्क्वायर ओवर आ गया C1 प्लस C2 ਦਾ ਹੋਲ ਸਕੁਅਰ। ਉਹਦੇ ਵਿੱਚੋਂ ਹੋਲ ਸਕੁਅਰ ਦੇ ਵਿੱਚੋਂ ਆਪਣੇ ਕੋਲ ਐਸਐਚ ਜਿਹੜਾ ਆ ਪੂਰੀ ਨਵੀਂ ਕੈਨਸਲ ਹੋ ਜੂ। देयरफॉर ਜਿਹੜੀ ਟੋਟਲ એનર્ਜੀ ਆਫਟਰ ਸ਼ੇਅਰਿੰਗ ਆਏਗੀ ਉਹਦੀ ਵੈਲਿਊ ਆ ਗਈ C1 V1 प्लस C2 V2 स्क्वायर ओवर 2 into C1 प्लस C2। इतनी टोटल एनर्जी नॉन वेरिएबल च आफ्टर शेयरिंग आई है। गल समझ आई? Yes, sir. Yes, sir. ਤੇ ਆਪਾਂ ਕੈਲਕੂਲੇਟ ਕਰਦੇ ਪਏ ਕਹਿੰਦਾ ਜੀ ਲਾਸ ਆਫ એનર્ਜੀ, ਉਹਦਾ ਮਤਲਬ ਆ ਇਨੀਸ਼ੀਅਲ એનર્ਜੀ E1 ਜ਼ਿਆਦਾ ਸੀ, ਬਾਅਦ ਵਾਲੀ ਘਟੀ ਹੋਏਗੀ। ਇਸੇ ਚੀਜ਼ ਨੂੰ ਵੈਰੀਫਾਈ ਕਰਨ ਲਈ ਤੁਸੀਂ E1 ਚੋਂ E2 ਨੂੰ ਮਾਈਨਸ ਕਰ ਲਓ, ਇਕੁਏਟ ਨਹੀਂ ਕਰਨਾ, ਕਨਜ਼ਰਵੇਸ਼ਨ ਆਫ એનર્ਜੀ ਨਹੀਂ ਲਾ ਰਹੇ ਆਪਾਂ, ਠੀਕ ਹੈ। ਨਾਓ loss of energy is ਉਹਨੂੰ E ਲਿਖ ਦਿੰਨੇ। E ਦੀ ਵੈਲਿਊ ਮੇਰੇ ਕੋਲ E1 E2 ਆ ਜਾਏਗੀ। E equal to E1 ਦੀ ਵੈਲਿਊ ਪੂਰੇ ਦੀ ਪੂਰੀ ਜਿਹੜੀ ਬਣੀ ਇਹ ਪੁੱਟ ਅਪ ਕਰੋ, E2 ਦੀ ਵੈਲਿਊ ਉਹ ਸਬਸਟੀਟਿਊਟ ਕਰੋ ਤੇ ਮੈਥਮੈਟੀਕਲ ਕੈਲਕੂਲੇਸ਼ਨ ਆ ਹਾਫ C1 V1 ਸਕੁਅਰ प्लस हाफ C2 V2 स्क्वायर, ठीक है। इस टर्म ਦੇ ਵਿੱਚੋਂ C1 V1 प्लस C2 V2 ਦਾ ਹੋਲ ਸਕੁਅਰ ओवर 2 टाइम C1 प्लस C2। इतना क्लियर है? इतना समय लग गया जी? Yes sir। Yes, sir. Yes sir। ਹੁਣ ਇਹਨੂੰ ਪੁੱਤ ਤੁਸੀਂ ਸਿੰਪਲੀਫਾਈ ਕਰਨਾ ਵਾ, ਠੀਕ ਹੈ ਨਾ, ਸਿਰਫ ਮੈਥਮੈਟਿਕਸ ਦਾ ਕੰਮ ਆ, ਠੀਕ ਹੈ। ਇਸ ਲਈ ਥੋੜਾ ਸਪੀਡ ਨਾਲ ਲਿਖਦਾ ਜਾਵਾਂਗਾ। इस सारी टर्म ਦੇ ਵਿੱਚੋਂ ਹਾਫ ਕਾਮਨ ਕੱਢ ਲਓ, C1 C2 ਇਧਰ ਲੈ ਕੇ ਮਲਟੀਪਲਾਈ ਕਰੋ, ਇਹਦਾ ਹੋਲ ਸਕੁਅਰ ਕਰ ਲਓ, ਸਾਰੀਆਂ ਟਰਮ ਸਿੰਪਲੀਫਿਕੇਸ਼ਨ ਚ ਲੈ ਕੇ ਚੱਲੋ।
अपने को टर्म की है एक ते हाफ सारे के बाहर चल जाऊंगा c1 v1 स्क्वायर को इक्वल c1 इक्वल c2 ना मल्टीप्लाई टर्म बनेगी c1 स्क्वायर v1 स्क्वायर दूसरी टर्म आ जाएगी c1 c2 v1 स्क्वायर तीसरी टर्म आ जाएगी c2 स्क्वायर v2 स्क्वायर प्लस आ जाएगा c1 c2 v2 स्क्वायर आ चार टर्म मेरे को ਇਹਨਾਂ ਦੋ ਟਰਮਸ ਦੇ ਨਾਲ ਬਣ ਜਾਣੀਆਂ ਮਾਈਨਸ ਜਿਹਨੂੰ ਕਰਨਾ ਉਹਦਾ ਹੋਲ ਸਕੁਅਰ ਵੀ ਓਪਨ ਕਰ ਦੋ ਮਾਈਨਸ c1 स्क्वायर v1 स्क्वायर माइनस c2 स्क्वायर v2 स्क्वायर माइनस आ जाएगा 2c1 c2 v1 v2 ये टर्म आ जाए और जेड़ा मेरे को डिनोमिनेटर च आ टर्म रहनी ਇਹਨੂੰ ਬਾਹਰ ਆਪਾਂ ਇੱਥੇ ਰੱਖ ਦਿੰਦੇ ਹਾਂ ਇਹਦੇ ਆਪਣੇ ਕੋਲ ਆ ਜਾਏਗਾ 2 c1 c2 क्या क्लियर है जी स्टेप हाँ जी सर Yes, sir. v1 स्क्वायर v1 स्क्वायर कटिया जाना c2 स्क्वायर v2 स्क्वायर कटिया जाना 1 2 ਤੇ 3 ਟਰਮ ਜਿਹੜੀਆਂ ਬਚੀਆਂ ਇਹਨਾਂ ਦੇ ਵਿੱਚ c1 c2 ਮੇਰੇ ਕੋਲ ਪਿਆ ਵਾ ਉਹ ਕਾਮਨ ਆ ਜਾਣਾ ਇਹ ਨਾਲ ਆਪਣੇ ਕੋਲ એનર્ਜੀ ਦੀ ਵੈਲਿਊ ਬਣੇਗੀ ਹਾਫ c1 c2 और ऊपर c1 c2 कॉमन काट लो नाल अपने को टर्म आ जाएगी v1 स्क्वायर ये तो आ गया v1 स्क्वायर इधर आ गया प्लस v2 स्क्वायर माइनस 2 v1 v2 ठीक है जी और इनो लिख लिए थे v1 माइनस v2 का होल स्क्वायर देयरफॉर सर को टोटल एनर्जी की वैल्यू आ गई c1 c2 into v1 माइनस v2 का होल स्क्वायर तो नीचे आ गया c1 प्लस c2 आ मेरे को ऐसा ਜਿਹੜੀ ਆ वो लॉस ऑफ एनर्जी की वैल्यू आई है चलो एनी टर्म समय लगी हाँ जी सर Yes, sir. क्या इतना क्लियर है यस सर यस सर Yes, sir. Yes. इस पूरी टर्म ਦੇ ਵਿੱਚ ਦੇਖਦੇ ਕਿ ਵੈਲਿਊ ਪਲੱਸ ਆ ਕਹਿੰਦਾ ਜੀ C1 C2 ਕਪੈਸਿਟਰ ਦੀ ਕਪੈਸਿਟੈਂਸ ਆ ਔਰ ਕਪੈਸਿਟਰ ਦੀ ਕਪੈਸਿਟੈਂਸ ਕਦੀ ਵੀ 네ਗੇਟਿਵ ਨਹੀਂ ਹੁੰਦੀ ਇਹਦਾ ਮਤਲਬ ਆ ਇਹ ਟਰਮ ਸਾਰੀਆਂ ਪੋਜ਼ਿਟਿਵ ਨੇ ਦੂਜਾ नीचे एडिशन ना ऊपर मेरे को जेडी एसएच प्रोडक्ट हमेशा ग्रेटर हो जानी एडिशन तो वही टर्म दी दूजा v1 v2 दा होल स्क्वायर है जे v1 v2 तो लेसर भी होवे ता भी नेगेटिव दा होल स्क्वायर होने करके ए भी टर्म पॉजिटिव है ਇਹਦਾ ਮਤਲਬ ਇਹ ਹੋਇਆ ਕਿ ਇਹ ਹੋਲ ਟਰਮ ਜਿਹੜੀ ਹੋਏਗੀ ਇਟਸ ਅ ਪੋਜ਼ਿਟਿਵ ਕੁਆਂਟੀਟੀ Yes, sir. Yes, sir. तो जे सारी टर्म मेरी पॉजिटिव है तो वी राइट एज e equal to e1 minus e2 and value should be greater than 0 मीन जेडी वैल्यू आई है इनु बेशक एक लिख दो कि भी ये रिजल्ट मेरा पॉजिटिव क्वांटिटी है ते जे ये रिजल्ट मेरा पॉजिटिव क्वांटिटी है ते देयरफॉर e1 should be greater than e2 ਇਹਦਾ ਮਤਲਬ ਹੋ ਗਿਆ e1 e2 ਤੋਂ ਗ੍ਰੇਟਰ ਤੇ e1 e2 ਤੋਂ ਗ੍ਰੇਟਰ ਦਾ ਮਤਲਬ ਇਹ ਹੋ ਗਿਆ ਕਿ ਪਹਿਲੋਂ ਮੇਰੇ ਕੋਲ ਅਮਾਉਂਟ ਆਫ એનર્ਜੀ ਜ਼ਿਆਦਾ ਸੀ ਸ਼ੇਅਰਿੰਗ ਤੋਂ ਪਹਿਲੋਂ ਤੇ ਸ਼ੇਅਰਿੰਗ ਤੋਂ ਬਾਅਦ ਮੇਰੀ ਅਮਾਉਂਟ ਆਫ એનર્ਜੀ ਕੁਝ ਲਾਸ ਹੋਈ ਹੈ ਕੀ ਗੱਲ ਸਮਝ ਆਈ ਜੀ सर रिपीट करियो इथों नेटवर्क एरर आ गया ਅੱਛਾ ਮੈਂ ਲਾਸਟ ਇਹ ਕਿਹਾ ਨਾ ਆਪਣੇ ਕੋਲ ਜਿਹੜਾ ਰਿਜ਼ਲਟ ਆਇਆ e ਆਪਣੇ ਕੋਲ ਕੀ ਆ e1 ਤੇ e2 ਦਾ ਡਿਫਰੈਂਸ ਆ ਉੱਪਰੋਂ e ਦੀ ਜਿੰਨੀ ਵੈਲਿਊ ਆਈ ਆ ਉਹ ਚ 네ਗੇਟਿਵ ਕੁਝ ਨਹੀਂ ਹੈਗਾ ਇਹਦਾ ਮਤਲਬ ਆ e1 ਚੋਂ e2 ਮਾਈਨਸ ਕਰਕੇ ਰਿਜ਼ਲਟ ਪੋਜ਼ਿਟਿਵ ਆਇਆ ਤੇ e1 ਚੋਂ e2 ਮਾਈਨਸ ਕਰਕੇ ਜੇ ਪੋਜ਼ਿਟਿਵ ਆਇਆ ਤੇ e1 e2 ਤੋਂ ਵੱਡਾ ਹੀ ਹੋਏਗਾ यस सर Yes, sir. ਨੈਚੁਰਲ ਸਿੱਧੀ ਜੀ ਗੱਲ ਆ ਵੱਡੇ ਚੋਂ ਛੋਟੀ ਟਰਮ ਮਾਈਨਸ ਕੀਤੀ ਹੋਗੀ ਤਦੇ ਨੇ ਆਪਣੀ ਪੋਜ਼ਿਟਿਵ ਆ ਦੈਟਸ ਵਾਈ e1 ਅਸੀਂ ਕਹਿੰਦੇ e2 ਤੋਂ ਗ੍ਰੇਟਰ ਆ ਤੇ ਜੇ e1 e2 ਤੋਂ ਗ੍ਰੇਟਰ ਆ ਇਹਦਾ ਮਤਲਬ ਆ ਇੰਨੀ ਅਮਾਉਂਟ ਆਫ એનર્ਜੀ ਜਿਹੜੀ ਆ ਡਿਊਰਿੰਗ ਸ਼ੇਅਰਿੰਗ ਆਫ ਚਾਰਜ ਮੇਰੇ ਕੋਲ ਕਿੰਨਾ ਜੀ ਲਾਸ ਹੋਣੀ ਯਾਨੀ ਜੇ ਮੈਂ ਲਾਸ ਆਫ એનર્ਜੀ ਕੱਢਣੀ ਆ ਤੇ ਇਹ ਮੇਰੇ ਕੋਲ ਐਸਐਚ ਮੇਰੀ ਲਾਸ ਆਫ એનર્ਜੀ ਦਾ ਫਾਰਮੂਲਾ ਆ ਜਾਏਗਾ ਗੱਲ ਸਮਝ ਆਈ Yes, sir. हाँ जी सर